ਸਤਿ ਸ੍ਰੀ ਅਕਾਲ ਜੀ। ਆਓ ਅੱਜ ਗੱਲ ਕਰੀਏ ਮੱਧਕਾਲੀ ਪੰਜਾਬ ਦੀ ਇੱਕ ਬਹੁਤ ਹੀ ਖਾਸ ਸਾਹਿਤਿਕ ਤੇ ਆਧਿਆਤਮਿਕ ਪਰੰਪਰਾ ਦੀ, ਜਿਸ ਨੂੰ ਆਪਾਂ ਬਾਣੀ ਧਾਰਾ ਦੇ ਨਾਂ ਨਾਲ ਜਾਣਦੇ ਹਾਂ। ਅੱਛਾ, ਤਾਂ ਸਭ ਤੋਂ ਪਹਿਲਾਂ ਇਹ ਬਾਣੀ ਧਾਰਾ ਹੈ ਕੀ? ਦੇਖੋ, ਇਸ ਦਾ ਸਿੱਧਾ ਸਾਦਾ ਮਤਲਬ ਹੈ ਬਾਣੀ ਦਾ ਵਹਾਅ, ਮਤਲਬ ਪਵਿੱਤਰ ਬਾਣੀ ਦਾ ਇੱਕ ਵਗਦਾ ਹੋਇਆ ਦਰਿਆ। ਤੇ ਪਤਾ ਹੈ, ਇਸ ਗਿਆਨ ਦੇ ਦਰਿਆ ਨੂੰ ਸਮਝਣ ਲਈ ਇਸ ਦੇ ਵਹਾਅ ਨੂੰ ਸਮਝਣਾ ਬਹੁਤ ਹੀ ਜ਼ਰੂਰੀ ਹੈ, ਕਿਉਂਕਿ ਇਹ ਸਿਰਫ ਕੋਈ ਕਿਤਾਬ ਨਹੀਂ, ਇਹ ਤਾਂ ਸੈਂਕੜੇ ਸਾਲਾਂ ਦੇ ਲੰਮੇ ਸਫ਼ਰ ਦੀ ਇੱਕ ਪੂਰੀ ਕਹਾਣੀ ਹੈ। ਤਾਂ ਆਪਾਂ ਇਸ ਸਫ਼ਰ ਤੇ ਚੱਲਾਂਗੇ ਕਿਵੇਂ? ਸਭ ਤੋਂ ਪਹਿਲਾਂ ਦੇਖਾਂਗੇ ਕਿ ਇਹ ਕਵਿਤਾ ਦਾ ਪ੍ਰਵਾਹ ਆਖਿਰ ਆਇਆ ਕਿੱਥੋਂ। ਫਿਰ ਗੱਲ ਕਰਾਂਗੇ ਇਸ ਵਿਚਲੀਆਂ ਅਨੇਕਾਂ ਆਵਾਜ਼ਾਂ ਦੀ। ਫਿਰ ਸਮਝਾਂਗੇ ਕਿ ਇਹਨਾਂ ਸਾਰਿਆਂ ਨੂੰ ਜੋੜਨ ਵਾਲਾ ਦਰਸ਼ਨ ਕੀ ਸੀ, ਇਸ ਦੀ ਭਾਸ਼ਾ ਕਿਹੋ ਜਿਹੀ ਸੀ, ਤੇ ਅਖੀਰ ਵਿੱਚ ਦੇਖਾਂਗੇ ਕਿ ਇਸ ਬਾਣੀ ਧਾਰਾ ਦੀ ਵਿਰਾਸਤ ਕੀ ਹੈ। ਚਲੋ ਫਿਰ ਸ਼ੁਰੂ ਕਰਦੇ ਹਾਂ। ਸੋ ਸਭ ਤੋਂ ਪਹਿਲਾ ਸਵਾਲ, ਇਹ ਸ਼ਕਤੀਸ਼ਾਲੀ ਦਰਿਆ ਸ਼ੁਰੂ ਕਿੱਥੋਂ ਹੁੰਦਾ ਹੈ? ਇਸ ਦਾ ਮੁੱਢ ਕਿੱਥੇ ਹੈ? ਆਓ ਇਸ ਦੇ ਸਰੋਤਾਂ ਨੂੰ ਫਰੋਲਦੇ ਹਾਂ। ਇਹ ਧਾਰਾ ਕੋਈ ਇੱਕਦਮ ਨਹੀਂ ਬਣ ਗਈ। ਇਹ ਤਾਂ ਸਦੀਆਂ ਵਿੱਚ ਹੌਲੀ-ਹੌਲੀ ਮਜ਼ਬੂਤ ਹੋਈ। ਸੋਚੋ, 9ਵੀਂ-10ਵੀਂ ਸਦੀ ਵਿੱਚ ਨਾਥ ਜੋਗੀਆਂ ਨੇ ਇਸ ਦੀ ਨੀਂਹ ਰੱਖੀ। ਫਿਰ 12ਵੀਂ ਸਦੀ ਵਿੱਚ ਬਾਬਾ ਫਰੀਦ ਜੀ ਦੇ ਸ਼ਲੋਕ ਇਸ ਵਿੱਚ ਆ ਮਿਲੇ। ਤੇ ਫਿਰ ਆਇਆ ਸਿੱਖ ਗੁਰੂਆਂ ਦਾ ਦੌਰ, ਜਿਨ੍ਹਾਂ ਦੀ ਬਾਣੀ ਇਸ ਧਾਰਾ ਦਾ ਕਹਿ ਲੋ ਦਿਲ ਬਣੀ। ਤੇ ਇਹ ਸਿਲਸਿਲਾ ਰੁਕਿਆ ਨਹੀਂ। ਭਗਤਾਂ ਤੇ ਹੋਰ ਸ਼ਰਧਾਲੂਆਂ ਦੀਆਂ ਰਚਨਾਵਾਂ ਨਾਲ ਇਹ ਲਗਾਤਾਰ ਅੱਗੇ ਵਧਦੀ ਰਹੀ। ਸਹੀ ਮਾਇਨੇ ਵਿੱਚ ਇਹ ਸਦੀਆਂ ਦੇ ਅਧਿਆਤਮਿਕ ਮੰਥਨ ਦਾ ਇੱਕ ਜਿਉਂਦਾ ਜਾਗਦਾ ਨਤੀਜਾ ਹੈ। ਹੁਣ ਜਿਵੇਂ ਇੱਕ ਵੱਡੇ ਦਰਿਆ ਵਿੱਚ ਛੋਟੀਆਂ-ਛੋਟੀਆਂ ਨਦੀਆਂ ਆ ਕੇ ਮਿਲਦੀਆਂ ਨੇ, ਉਵੇਂ ਹੀ ਇਸ ਬਾਣੀ ਧਾਰਾ ਵਿੱਚ ਵੀ ਕਈ ਅਲੱਗ-ਅਲੱਗ ਆਵਾਜ਼ਾਂ ਸ਼ਾਮਿਲ ਹੋਈਆਂ। ਇਹ ਕਿਸੇ ਇੱਕ ਦਾ ਕੰਮ ਨਹੀਂ ਸੀ, ਸਗੋਂ ਇਹ ਤਾਂ ਕਈ ਅਧਿਆਤਮਿਕ ਮਹਾਪੁਰਖਾਂ ਦਾ ਇੱਕ ਮਹਾਨ ਸੰਗਮ ਸੀ। ਤੇ ਇਸ ਧਾਰਾ ਦਾ ਕੇਂਦਰ, ਇਸ ਦਾ ਦਿਲ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ। ਪਰ ਸਭ ਤੋਂ ਹੈਰਾਨੀ ਵਾਲੀ ਗੱਲ ਪਤਾ ਕੀ ਹੈ? ਇਸ ਵਿੱਚ ਇੱਕ ਦੋ ਨਹੀਂ, ਬਲਕਿ 35 ਤੋਂ ਵੀ ਵੱਧ ਵੱਖ-ਵੱਖ ਬਾਣੀਕਾਰਾਂ ਦੀਆਂ ਰਚਨਾਵਾਂ ਸ਼ਾਮਿਲ ਹਨ। ਸੋਚ ਕੇ ਦੇਖੋ, 35 ਤੋਂ ਵੱਧ। ਤੇ ਇਹ ਆਵਾਜ਼ਾਂ ਹਨ ਕਿਹਨਾਂ ਦੀਆਂ? ਦੇਖੋ, 6 ਸਿੱਖ ਗੁਰੂ ਸਾਹਿਬਾਨ ਤਾਂ ਹੈ ਹੀ ਨੇ, ਪਰ ਨਾਲ ਹੀ 15 ਭਗਤ ਵੀ ਹਨ। ਤੇ ਇਹ ਭਗਤ ਵੱਖ-ਵੱਖ ਪਿਛੋਕੜਾਂ ਤੋਂ ਸਨ। ਕੋਈ ਜੁਲਾਹਾ, ਕੋਈ ਚਮਾਰ, ਕੋਈ ਦਰਜ਼ੀ, ਕੋਈ ਜਾਤ-ਪਾਤ ਦਾ ਭੇਦਭਾਵ ਨਹੀਂ। ਇਸ ਤੋਂ ਇਲਾਵਾ 11 ਪੱਟ ਤੇ 3 ਹੋਰ ਸਿੱਖ ਸ਼ਰਧਾਲੂ। ਇਹ ਵਿਭਿੰਨਤਾ ਹੀ ਇਸ ਦੀ ਸਭ ਤੋਂ ਵੱਡੀ ਖੂਬਸੂਰਤੀ ਹੈ। ਸੱਚਮੁੱਚ ਇਹ ਅਧਿਆਤਮਿਕ ਵਿਚਾਰਾਂ ਦਾ ਇੱਕ ਅਦਭੁਤ ਸੰਗਮ ਹੈ। ਅੱਛਾ, ਇੱਥੇ ਇੱਕ ਬਹੁਤ ਜ਼ਰੂਰੀ ਗੱਲ ਸਮਝਣ ਵਾਲੀ ਹੈ। ਦੇਖੋ, ਗੁਰੂ ਗ੍ਰੰਥ ਸਾਹਿਬ ਤਾਂ ਇਸ ਧਾਰਾ ਦਾ ਕੇਂਦਰ ਹੈ, ਪਰ ਇਹ ਧਾਰਾ ਸਿਰਫ ਉੱਥੋਂ ਤੱਕ ਸੀਮਿਤ ਨਹੀਂ ਹੈ। ਇਹ ਉਸ ਤੋਂ ਵੀ ਵਿਸ਼ਾਲ ਹੈ। ਇਸ ਵਿੱਚ ਗੁਰਮਤਿ ਸਾਹਿਤ ਦੀਆਂ ਹੋਰ ਰਚਨਾਵਾਂ ਵੀ ਸ਼ਾਮਿਲ ਹੁੰਦੀਆਂ ਨੇ, ਜਿਵੇਂ ਕਿ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ, ਜਾਂ ਫਿਰ ਭਾਈ ਗੁਰਦਾਸ ਜੀ ਅਤੇ ਭਾਈ ਨੰਦ ਲਾਲ ਜੀ ਦੀਆਂ ਲਿਖਤਾਂ। ਤਾਂ ਇੱਕ ਪਾਸੇ ਹੈ ਕੇਂਦਰੀ ਗ੍ਰੰਥ ਤੇ ਦੂਜੇ ਪਾਸੇ ਹੈ ਪੂਰਾ ਵਿਸ਼ਾਲ ਗੁਰਮਤਿ ਸਾਹਿਤ। ਤਾਂ ਫਿਰ ਸਵਾਲ ਇਹ ਉੱਠਦਾ ਹੈ ਕਿ ਜਦੋਂ ਲਿਖਣ ਵਾਲੇ ਇੰਨੇ ਵੱਖੋ-ਵੱਖਰੇ ਸਨ, ਵੱਖਰਾ ਸਮਾਂ, ਵੱਖਰਾ ਪਿਛੋਕੜ, ਤਾਂ ਫਿਰ ਉਹ ਕਿਹੜੀ ਚੀਜ਼ ਸੀ ਜਿਹੜੀ ਇਹਨਾਂ ਸਾਰਿਆਂ ਨੂੰ ਇੱਕ ਧਾਗੇ ਵਿੱਚ ਪਿਰੋਂਦੀ ਸੀ? ਇਸ ਦਰਿਆ ਦੇ ਪਾਣੀ ਦਾ ਅਸਲ ਸੁਭਾਅ ਕੀ ਸੀ? ਤੇ ਇਸ ਸਵਾਲ ਦਾ ਜਵਾਬ ਮਿਲਦਾ ਹੈ ਇਸ ਇੱਕ ਤੁਕ ਵਿੱਚ, ਇੱਕੋ ਆਸੇ ਤੇ ਇੱਕੋ ਦਰਸ਼ਨ। ਇਹ ਸਿਰਫ ਕੁਝ ਸ਼ਬਦ ਨਹੀਂ, ਇਹ ਇਸ ਪੂਰੀ ਪਰੰਪਰਾ ਦਾ ਨਿਚੋੜ ਹੈ, ਇਸ ਦਾ ਸਾਰ ਹੈ। ਇਸ ਦਾ ਮਤਲਬ ਹੈ ਕਿ ਭਾਵੇਂ ਲਿਖਣ ਵਾਲੇ ਕੋਈ ਵੀ ਸਨ, ਕਿੱਥੋਂ ਵੀ ਸਨ, ਪਰ ਉਹਨਾਂ ਸਾਰਿਆਂ ਦਾ ਮਕਸਦ, ਉਹਨਾਂ ਦਾ ਟੀਚਾ, ਉਹਨਾਂ ਦਾ ਜੀਵਨ ਨੂੰ ਦੇਖਣ ਦਾ ਨਜ਼ਰੀਆ, ਉਹ ਇੱਕੋ ਹੀ ਸੀ। ਤੇ ਉਹ ਸਾਂਝਾ ਦਰਸ਼ਨ ਕੀ ਸੀ? ਦੇਖੋ, ਸਭ ਤੋਂ ਪਹਿਲਾਂ ਇਹ ਕਿਸੇ ਇੱਕ ਧਰਮ ਜਾਂ ਫਿਰ ਫਿਰਕੇ ਦੀ ਗੱਲ ਨਹੀਂ ਕਰਦਾ, ਇਹ ਤਾਂ ਸਾਰੀ ਮਨੁੱਖਤਾ ਲਈ ਹੈ। ਦੂਜਾ, ਇਹ ਬਾਹਰੀ ਦਿਖਾਵੇ, ਰਸਮਾਂ ਰੀਤਾਂ ਦੀ ਬਜਾਏ ਅੰਦਰਲੇ ਅਧਿਆਤਮਿਕ ਅਨੁਭਵ ਤੇ ਜ਼ੋਰ ਦਿੰਦਾ ਹੈ। ਇਸ ਵਿੱਚ ਸਮਾਜਿਕ ਬਰਾਬਰੀ ਦੀ ਗੱਲ ਹੈ, ਊਚ-ਨੀਚ ਦਾ ਖੰਡਨ ਹੈ, ਤੇ ਸਭ ਤੋਂ ਉੱਤੇ ਇੱਕੋ ਨਿਰਾਕਾਰ ਸਰਵ ਸ਼ਕਤੀਮਾਨ ਅਕਾਲ ਪੁਰਖ ਵਿੱਚ ਵਿਸ਼ਵਾਸ। ਬਸ ਇਹੀ ਉਹ ਸਾਂਝੇ ਗੁਣ ਸਨ ਜਿਨ੍ਹਾਂ ਨੇ ਇੰਨੀਆਂ ਵੱਖਰੀਆਂ-ਵੱਖਰੀਆਂ ਆਵਾਜ਼ਾਂ ਨੂੰ ਇੱਕ ਸੁਰ ਕਰ ਦਿੱਤਾ। ਚਲੋ, ਦਰਸ਼ਨ ਤਾਂ ਇੱਕ ਹੋ ਗਿਆ, ਪਰ ਉਸ ਨੂੰ ਬਿਆਨ ਕਿਵੇਂ ਕੀਤਾ ਗਿਆ? ਉਸ ਦਾ ਪ੍ਰਗਟਾਵਾ ਬਹੁਤ ਹੀ ਖੂਬਸੂਰਤ ਤੇ ਵੰਨ-ਸੁਵੰਨਾ ਸੀ। ਇਹ ਕੋਈ ਔਖੀ ਕਿਤਾਬੀ ਭਾਸ਼ਾ ਨਹੀਂ ਸੀ, ਸਗੋਂ ਇਹ ਤਾਂ ਆਮ ਲੋਕਾਂ ਦੇ ਦਿਲ ਦੀ ਆਵਾਜ਼ ਸੀ, ਉਹਨਾਂ ਦੀ ਆਪਣੀ ਬੋਲੀ। ਇਸ ਦੀ ਭਾਸ਼ਾ, ਜਿਵੇਂ ਕਹਿੰਦੇ ਨੇ, ਇੱਕ ਸੰਤ ਭਾਸ਼ਾ ਜਾਂ ਸਧੂਕੜੀ ਹੈ, ਮਤਲਬ ਇੱਕ ਮਿਸ਼ਰਣ। ਦੇਖੋ, ਤਕਰੀਬਨ ਅੱਧਾ ਹਿੱਸਾ ਤਾਂ ਪੰਜਾਬੀ ਦੀਆਂ ਵੱਖ-ਵੱਖ ਬੋਲੀਆਂ ਦਾ ਹੈ, ਪਰ ਇਸ ਦੇ ਨਾਲ-ਨਾਲ ਸੰਸਕ੍ਰਿਤ, ਫਾਰਸੀ, ਅਰਬੀ, ਬ੍ਰਜ ਭਾਸ਼ਾ, ਇਹ ਸਾਰੀਆਂ ਭਾਸ਼ਾਵਾਂ ਦੇ ਸ਼ਬਦ ਇਸ ਵਿੱਚ ਇਸ ਤਰ੍ਹਾਂ ਰਚੇ-ਮਿਚੇ ਹੋਏ ਨੇ ਜਿਵੇਂ ਦੁੱਧ ਵਿੱਚ ਖੰਡ। ਤੇ ਇਸੇ ਕਰਕੇ ਇਹ ਇੰਨੀ ਖਾਸ ਹੈ, ਆਮ ਬੰਦੇ ਨੂੰ ਵੀ ਸਮਝ ਆਉਂਦੀ ਹੈ ਤੇ ਵਿਦਵਾਨਾਂ ਲਈ ਵੀ ਇਹ ਬਹੁਤ ਗਹਿਰੀ ਹੈ।
ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇੰਨੀਆਂ ਭਾਸ਼ਾਵਾਂ ਹੋਣ ਦੇ ਬਾਵਜੂਦ ਜਿਹੜਾ ਕੇਂਦਰੀ ਸੰਦੇਸ਼ ਹੈ ਨਾ, ਉਹ ਕਦੇ ਵੀ ਧੁੰਦਲਾ ਨਹੀਂ ਹੁੰਦਾ, ਉਹ ਹਮੇਸ਼ਾ ਇੱਕ ਰਹਿੰਦਾ ਹੈ। ਜਦੋਂ ਹੁਕਮ ਵਰਗਾ ਇੱਕ ਫਾਰਸੀ ਸ਼ਬਦ ਪੰਜਾਬੀ ਸ਼ਬਦਾਂ ਨਾਲ ਮਿਲ ਜਾਂਦਾ ਹੈ ਤਾਂ ਉਹ ਅਸਲ ਵਿੱਚ ਸੰਦੇਸ਼ ਨੂੰ ਹੋਰ ਵੀ ਡੂੰਘਾ ਤੇ ਵਿਸ਼ਾਲ ਬਣਾ ਦਿੰਦਾ ਹੈ। ਤਾਂ ਫਿਰ ਆਪਾਂ ਇਸ ਦੇ ਮੁੱਢ, ਇਸ ਦੀਆਂ ਆਵਾਜ਼ਾਂ, ਇਸ ਦੇ ਦਰਸ਼ਨ ਤੇ ਇਸ ਦੀ ਭਾਸ਼ਾ ਬਾਰੇ ਗੱਲ ਕਰ ਲਈ। ਪਰ ਹੁਣ ਸਭ ਤੋਂ ਵੱਡਾ ਤੇ ਸਭ ਤੋਂ ਅਹਿਮ ਸਵਾਲ, ਇਸ ਗਿਆਨ ਦੇ ਦਰਿਆ ਦਾ ਅਸਲ ਮਕਸਦ ਕੀ ਹੈ? ਇਸ ਦੇ ਹੋਣ ਦਾ ਮਤਲਬ ਕੀ ਹੈ? ਤਾਂ ਸਿੱਧਾ ਜਿਹਾ ਜਵਾਬ ਇਹ ਹੈ ਕਿ ਇਹ ਬਾਣੀ ਸਿਰਫ ਪੜ੍ਹਨ, ਸੁਣਨ ਜਾਂ ਬੌਧਿਕ ਚਰਚਾ ਕਰਨ ਲਈ ਨਹੀਂ ਹੈ। ਬਿਲਕੁਲ ਨਹੀਂ। ਇਸ ਦਾ ਮਕਸਦ ਹੈ ਜ਼ਿੰਦਗੀ ਨੂੰ ਬਦਲਣਾ। ਇਸ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਇਹ ਕਿਸੇ ਦੇ ਜੀਵਨ ਤੇ ਇੱਕ ਸਿੱਧਾ, ਗਹਿਰਾ ਤੇ ਅਮਲੀ ਅਸਰ ਪਾਵੇ। ਤਾਂ ਇਹ ਹੁੰਦਾ ਕਿਵੇਂ ਹੈ? ਦੇਖੋ, ਇਸ ਦੇ 3 ਪੜਾਅ ਨੇ। ਪਹਿਲਾ, ਇਹ ਕਰਮ ਕਰਨ ਲਈ, ਇੱਕ ਚੰਗਾ, ਨੇਕ ਤੇ ਮਕਸਦ ਭਰਿਆ ਜੀਵਨ ਜਿਉਣ ਲਈ ਪ੍ਰੇਰਦੀ ਹੈ। ਦੂਜਾ, ਇਹ ਸਾਨੂੰ ਸਿਰਫ ਕਿਤਾਬੀ ਗਿਆਨ ਨਹੀਂ ਦਿੰਦੀ, ਸਗੋਂ ਉਸ ਪਰਮਾਤਮਾ ਦਾ ਸਿੱਧਾ, ਨਿੱਜੀ ਅਨੁਭਵ ਕਰਨ ਲਈ ਉਕਸਾਉਂਦੀ ਹੈ। ਤੇ ਤੀਜਾ, ਇਹ ਸਾਡੇ ਅੰਦਰ ਇੱਕ ਅਟੁੱਟ ਵਿਸ਼ਵਾਸ ਪੈਦਾ ਕਰਦੀ ਹੈ, ਇੱਕ ਉੱਚੀ ਸੱਚਾਈ ਤੇ ਇੱਕ ਸੰਤੁਲਿਤ ਜੀਵਨ ਤੇ। ਜਦੋਂ ਇਹ ਤਿੰਨੇ ਚੀਜ਼ਾਂ ਮਿਲ ਜਾਂਦੀਆਂ ਨੇ ਤਾਂ ਇਨਸਾਨ ਅੰਦਰੋਂ ਪੂਰੀ ਤਰ੍ਹਾਂ ਬਦਲ ਜਾਂਦਾ ਹੈ। ਅਤੇ ਅਸਲ ਵਿੱਚ ਇਹੀ ਬਾਣੀ ਧਾਰਾ ਦੀ ਸਦੀਵੀ ਵਿਰਾਸਤ ਹੈ। ਇਹ ਗਿਆਨ ਦਾ ਉਹ ਦਰਿਆ ਹੈ ਜੋ ਸਦੀਆਂ ਤੋਂ ਵਗ ਰਿਹਾ ਹੈ ਤੇ ਕਦੇ ਸੁੱਕਦਾ ਨਹੀਂ। ਤੇ ਇਹ ਸਵਾਲ ਸਾਡੇ ਸਾਰਿਆਂ ਲਈ ਹੈ ਕਿ ਪ੍ਰਾਚੀਨ ਸਮੇਂ ਦੀਆਂ ਇਹ ਆਵਾਜ਼ਾਂ ਅੱਜ ਦੇ ਆਧੁਨਿਕ ਯੁੱਗ ਵਿੱਚ ਸੱਚ ਦੀ ਤਲਾਸ਼ ਕਰ ਰਹੇ ਇਨਸਾਨ ਦੀ ਅਗਵਾਈ ਕਿਵੇਂ ਕਰ ਸਕਦੀਆਂ ਹਨ? ਇਸ ਸਵਾਲ ਦਾ ਜਵਾਬ ਸ਼ਾਇਦ ਇਸੇ ਦਰਿਆ ਵਿੱਚ ਡੁਬਕੀ ਮਾਰ ਕੇ ਹੀ ਮਿਲ ਸਕਦਾ ਹੈ।